ਤਾਂ 13ਵਾਂ ਪ੍ਰਸ਼ਨ ਜਿਹੜਾ ਆਪਣੇ ਕੋਲੇ ਹੈਗਾ ਕਿ ਇੱਕ 3D ਮਾਡਲ ਦੀ ਸਹਾਇਤਾ ਨਾਲ ਸਾਇੰਸ ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਸਾਹ ਪ੍ਰਣਾਲੀ ਬਾਰੇ ਪੜ੍ਹਾਇਆ ਗਿਆ, ਜਿਸ ਵਿੱਚ ਜਦੋਂ ਉੱਚ ਦਾਬ ਨਾਲ ਹਵਾ ਕਿਸੇ ਅੰਗ ਵਿੱਚੋਂ ਲੰਘਦੀ ਹੈ ਤਾਂ ਧੁਨੀ ਪੈਦਾ ਹੁੰਦੀ ਹੈ, ਤਾਂ ਉਹ ਕਿਹੜਾ ਅੰਗ ਹੈ? ਤਾਂ ਬੱਚੇ ਉਸ ਅੰਗ ਦਾ ਨਾਮ ਹੈਗਾ ਕੰਠ ਪਟਾਰੀ। ਉਹਨੂੰ ਸ਼ਾਰਟ ਫਾਰਮ ਦੇ ਵਿੱਚ ਕੰਠ ਵੀ ਕਹਿ ਦਿੰਦੇ ਆ, ਜਿਹੜਾ ਕਿ ਆਪਣੇ ਗਲੇ ਦੇ ਉੱਪਰ ਮੁੰਡਿਆਂ ਦੇ ਬਾਹਰ ਨੂੰ ਉੱਭਰਵਾਂ ਹੁੰਦਾ। ਕਦੀ ਧਿਆਨ ਨਾਲ ਦੇਖਿਓ, ਬਿਲਕੁਲ ਗਲੇ ਦੇ ਉੱਪਰਲੇ ਹਿੱਸੇ ਦੇ ਵਿਚਾਲੇ, ਤਾਂ ਉਸ ਨੂੰ ਕੰਠ ਕਹਿੰਦੇ ਆਪਾਂ। ਤਾਂ 13ਵੇਂ ਦਾ ਉੱਤਰ ਊੜਾ ਹੈ। ਇਹਨੂੰ ਆਵਾਜ਼ ਬਕਸਾ ਵੀ ਕਹਿੰਦੇ ਆ, ਜਿਸ 'ਚੋਂ ਆਪਣੀ ਆਵਾਜ਼ ਜਿਹੜੀ ਪੈਦਾ ਹੁੰਦੀ ਹੈ। 14ਵਾਂ ਪ੍ਰਸ਼ਨ ਹੈ ਕਿ ਪਾਚਨ ਪ੍ਰਣਾਲੀ ਅਤੇ ਸਾਹ ਪ੍ਰਣਾਲੀ ਦਾ ਸਾਂਝਾ ਰਸਤਾ ਹੋਣ ਦੇ ਬਾਵਜੂਦ ਭੋਜਨ ਸਾਹ ਨਲੀ ਵਿੱਚ ਦਾਖਲ ਨਾ ਹੋਣ ਦਾ ਕੀ ਕਾਰਨ ਹੈ? ਤਾਂ ਉਹਦਾ ਕਾਰਨ ਹੈਗਾ ਘੰਡੀ ਢੱਕਣ, ਜਿਹੜਾ ਕਿ ਆਪਣੀ ਜਦੋਂ ਆਪਾਂ ਬੋਲਦੇ ਹਾਂ ਜਾਂ ਜਦੋਂ ਆਪਾਂ ਖਾਂਦੇ ਹਾਂ ਤਾਂ ਇਹ ਆਪਣੇ ਭੋਜਨ ਖਾਣ ਵੇਲੇ ਸਾਹ ਪ੍ਰਣਾਲੀ ਵਿੱਚ ਭੋਜਨ ਨਹੀਂ ਜਾਣ ਦਿੰਦਾ। ਇਹ ਘੰਡੀ ਢੱਕਣ ਹੈਗਾ। ਤਾਂ ਇਹ 14ਵੇਂ ਪ੍ਰਸ਼ਨ ਦਾ ਉੱਤਰ ਹੈਗਾ ਊੜਾ। 15ਵਾਂ ਪ੍ਰਸ਼ਨ ਹੈ ਕਿ ਪੋਸ਼ਣ ਲਈ ਜ਼ਰੂਰੀ ਪੜਾਵਾਂ ਨੂੰ ਤਰਤੀਬਵਾਰ ਵਿਵਸਥਿਤ ਕਰੋ। ਸੋ ਪੋਸ਼ਣ ਦੇ 5 ਪੜਾਅ ਹੈਗੇ ਆ। ਇਹਦਾ ਸਭ ਤੋਂ ਪੜਾਅ ਜਿਹੜਾ ਪਹਿਲਾ ਹੁੰਦਾ ਉਹਨੂੰ ਆਪਾਂ ਕਹਿੰਦੇ ਹਾਂ ਅੰਤਰਗ੍ਰਹਿਣ। ਅੰਤਰਗ੍ਰਹਿਣ ਤੋਂ ਬਾਅਦ ਹੁੰਦਾ ਆਪਣਾ ਜਿਹੜਾ ਪਾਚਨ। ਪਾਚਨ ਤੋਂ ਬਾਅਦ ਜਿਹੜਾ ਪੜਾਅ ਹੁੰਦਾ ਹੈ ਉਸ ਨੂੰ ਆਪਾਂ ਕਹਿੰਦੇ ਹਾਂ ਸੋਖਣ। ਸੋਖਣ ਤੋਂ ਬਾਅਦ ਹੁੰਦਾ ਸਵੈ ਅੰਗੀਕਰਨ, ਅਤੇ ਬਿਲਕੁਲ ਅਖੀਰ 'ਤੇ ਜਿਹੜਾ ਪੜਾਅ ਹੁੰਦਾ ਜਿਹਨੂੰ ਕਹਿੰਦੇ ਆਪਾਂ ਮਲ ਨਿਕਾਸ। ਸੋ ਇਹ ਪੜਾਵਾਂ ਬਾਰੇ ਥੋੜ੍ਹਾ ਜਿਹਾ ਸਮਝਾਦਾ। ਅੰਤਰਗ੍ਰਹਿਣ ਤੋਂ ਭਾਵ ਹੈ ਵੀ ਮੂੰਹ ਦੇ ਵਿੱਚ ਭੋਜਨ ਜਦੋਂ ਆਪਾਂ ਪਾਉਂਦੇ ਹੈਗੇ ਉਸ ਨੂੰ ਅੰਤਰਗ੍ਰਹਿਣ ਕਹਿੰਦੇ। ਪਾਚਨ ਜਿਹੜਾ ਹੈਗਾ ਭੋਜਨ ਦਾ ਕਿੱਥੇ ਹੁੰਦਾ ਹੈ? ਜੇ ਆਪਾਂ ਆਪਣੇ ਸਰੀਰ ਦੀ ਗੱਲ ਕਰੀਏ ਤਾਂ ਮੂੰਹ ਦੇ ਵਿੱਚ, ਮਿਹਦੇ ਦੇ ਵਿੱਚ ਅਤੇ ਛੋਟੀ ਆਂਦਰ ਦੇ ਵਿੱਚ। ਸਭ ਤੋਂ ਵੱਧ ਪਾਚਨ ਜਿਹੜਾ ਹੈਗਾ ਉਹ ਆਪਣੀ ਛੋਟੀ ਆਂਦਰ ਦੇ ਵਿੱਚ ਹੁੰਦਾ। ਤਾਂ ਉਹ ਭੋਜਨ ਜਿਹੜਾ ਹੈਗਾ ਅਣਪਚੇ ਤੋਂ ਪਚਨਸ਼ੀਲ ਹਾਲਾਤ ਵਿੱਚ ਬਦਲ ਜਾਂਦਾ ਹੈਗਾ। ਮਤਲਬ ਉਹਨੂੰ ਸਿੱਧੇ ਤੌਰ 'ਤੇ ਸੋਖਿਆ ਜਾ ਸਕਦਾ, ਉਹ ਸਰਲ ਰੂਪ ਵਿੱਚ ਬਦਲ ਜਾਂਦਾ ਗੁੰਝਲਦਾਰ ਰੂਪ ਤੋਂ। ਤਾਂ ਪਾਚਨ ਤੋਂ ਬਾਅਦ ਜਿਹੜਾ ਭੋਜਨ ਦਾ ਹੁੰਦਾ ਸੋਖਣ, ਤਾਂ ਉਹ ਤੁਹਾਨੂੰ ਜਿਹੜੀਆਂ ਵਿਲਾਈ ਮੈਂ ਸਮਝਾਈਆਂ ਸੀਗੀਆਂ ਪਹਿਲਾਂ ਛੋਟੀ ਆਂਦਰ ਦੇ ਵਿੱਚ, ਉਹਨਾਂ ਦੇ ਰਾਹੀਂ ਭੋਜਨ, ਪਚੇ ਹੋਏ ਭੋਜਨ ਦੇ ਰਸ ਦਾ ਸੋਖਣ ਹੁੰਦਾ। ਸੋਖਣ ਤੋਂ ਬਾਅਦ ਉਹ ਜਿਹੜਾ ਪਚਿਆ ਹੋਇਆ ਭੋਜਨ ਦਾ ਰਸ ਹੈ ਉਹ ਖੂਨ ਵਿੱਚ ਚਲਾ ਜਾਂਦਾ। ਖੂਨ ਤੋਂ ਉਹ ਸਰੀਰ ਦੇ ਇਕੱਲੇ ਸੈੱਲ ਵਿੱਚ ਚਲਾ ਜਾਂਦਾ, ਜਿੱਥੇ ਸੈੱਲ ਦੇ ਨਵੇਂ ਪ੍ਰੋਟੋਪਲਾਜ਼ਮ ਦਾ ਨਿਰਮਾਣ ਹੁੰਦਾ। ਤਾਂ ਉਸ ਨਵੇਂ ਪ੍ਰੋਟੋਪਲਾਜ਼ਮ ਦੇ ਨਿਰਮਾਣ ਨੂੰ ਆਪਾਂ ਸਵੈ ਅੰਗੀਕਰਨ ਕਹਿੰਦੇ। ਤਾਂ ਸਭ ਤੋਂ ਅਖੀਰਲਾ ਪੜਾਅ ਹੈਗਾ ਜਿਹੜਾ ਅਣਪਚਿਆ ਭੋਜਨ, ਜਿਹੜਾ ਅਣਪਚਿਆ ਪਦਾਰਥ ਜਿਹੜਾ ਛੋਟੀ ਆਂਦਰ ਵਿੱਚ ਰਹਿ ਗਿਆ ਸੀ ਉਹ ਵੱਡੀ ਆਂਦਰ ਵਿੱਚ ਆ ਜਾਂਦਾ ਅਤੇ ਉਹਦਾ ਮਲ ਨਿਕਾਸ ਹੋ ਜਾਂਦਾ ਆਪਣੇ ਸਰੀਰ ਵਿੱਚੋਂ। ਤਾਂ ਇਹ 5 ਪੜਾਅ ਹੈਗੇ ਆ। ਹੁਣ ਇਹਦੇ 'ਚ ਜਿਹੜੀਆਂ ਆਪਣੀਆਂ ਆਪਸ਼ਨਾਂ ਹੈਗੀਆਂ ਜੇ ਉਹ ਦੇਖੀਏ ਤਾਂ ਪਹਿਲੀ ਗੱਲ ਤਾਂ ਸਭ ਤੋਂ ਅਖੀਰ 'ਤੇ ਮਲ ਨਿਕਾਸ ਸੀਗਾ, ਉਹ 2 ਨੰਬਰ 'ਤੇ ਸੀ। ਇਹਨਾਂ ਚਾਰਾਂ 'ਚੋਂ 2 ਇਹੋ ਜਿਹੀਆਂ ਆਪਸ਼ਨ ਹੈ ਜਿਹਦੇ ਅਖੀਰ 'ਤੇ 2 ਹੈਗਾ। ਤਾਂ ਪਹਿਲਾਂ ਤਾਂ ਤੁਸੀਂ ਇੱਥੋਂ ਦੇਖ ਲਿਓ। ਫਿਰ ਪਹਿਲੇ ਨੰਬਰ 'ਤੇ ਆਪਣਾ ਹੁੰਦਾ ਅੰਤਰਗ੍ਰਹਿਣ, ਭਾਵ ਜਿਹੜਾ ਤੀਜਾ ਪੜਾਅ ਹੈਗਾ ਉਹ ਪਹਿਲੇ ਨੰਬਰ 'ਤੇ ਹੈ। ਤਾਂ ਸਭ ਤੋਂ ਜਿਹੜੀ ਸਹੀ ਆਪਸ਼ਨ ਇਹਦੇ 'ਚ ਹੈਗੀ ਹੈ ਸੱਸਾ। ਜੇ ਧਿਆਨ ਨਾਲ ਦੇਖੋ, ਸੱਸੇ ਦੇ ਵਿੱਚ ਪਹਿਲਾਂ 3 ਹੈ, 3 ਦਾ ਭਾਵ ਅੰਤਰਗ੍ਰਹਿਣ, ਫਿਰ 5 ਹੈ ਉਸ ਦਾ ਭਾਵ ਪਾਚਨ, ਫਿਰ 1 ਹੈ ਉਹਦਾ ਭਾਵ ਸੋਖਣ, ਫਿਰ 4 ਹੈ ਜਿਸ ਦਾ ਭਾਵ ਹੈ ਸਵੈ ਅੰਗੀਕਰਨ, ਫਿਰ 2 ਹੈ ਜਿਸ ਦਾ ਭਾਵ ਹੈ ਮਲ ਨਿਕਾਸ। ਤਾਂ ਇਹ ਤਰਤੀਬਵਾਰ ਪੜਾਅ ਜਿਹੜਾ ਹੈਗਾ ਇਹ ਵਿਵਸਥਿਤ ਕਰਨਾ ਹੈਗਾ ਇਸ ਤਰ੍ਹਾਂ। ਤਾਂ 15ਵੇਂ ਦਾ ਉੱਤਰ ਜਿਹੜਾ ਹੈਗਾ ਆਪਣਾ ਸੱਸਾ ਹੈ। ਤਾਂ ਜਿਹੜਾ 16ਵਾਂ ਪ੍ਰਸ਼ਨ ਹੈ ਉਹਦੇ 'ਚ ਕੀ ਕਿਹਾ ਗਿਆ ਕਿ ਵਿਦਿਆਰਥੀ ਨੇ ਆਪਣੇ ਅਧਿਆਪਕ ਤੋਂ ਪਾਚਨ ਪ੍ਰਣਾਲੀ ਸਮਝਣ ਤੋਂ ਬਾਅਦ ਕੁਝ ਮਹੱਤਵਪੂਰਨ ਤੱਥ ਲਿਖੇ। ਤੁਹਾਨੂੰ ਕਿਹੜਾ ਤੱਥ ਇਹਨਾਂ ਵਿੱਚੋਂ ਸਟੀਕ ਲੱਗਦਾ? ਜਿਵੇਂ ਸਭ ਤੋਂ ਪਹਿਲਾਂ ਹੈਗਾ ਊੜਾ ਕਿ ਕਾਰਬੋਹਾਈਡਰੇਟ ਦਾ ਪਾਚਨ ਮੂੰਹ ਵਿੱਚ ਸ਼ੁਰੂ ਹੋ ਜਾਂਦਾ। ਤਾਂ ਬਿਲਕੁਲ ਪਹਿਲਾਂ ਇੱਕ ਐਂਜ਼ਾਈਮ ਬਾਰੇ ਜ਼ਿਕਰ ਹੋਇਆ ਸੀਗਾ ਜਿਹੜਾ ਆਪਣੀ ਲਾਰ ਗ੍ਰੰਥੀ 'ਚੋਂ ਪੈਦਾ ਹੁੰਦਾ ਹੈਗਾ। ਉਹ ਜਿਹੜਾ ਹੈਗਾ ਆਪਣੇ ਕਾਰਬੋਹਾਈਡਰੇਟ ਦਾ ਮੂੰਹ ਦੇ ਵਿੱਚ ਪਾਚਨ ਕਰਦਾ ਹੈਗਾ, ਕਿਉਂਕਿ ਕਾਰਬੋਹਾਈਡਰੇਟ ਜਿਹੜਾ ਹੈਗਾ ਗੁੰਝਲਦਾਰ ਰੂਪ ਹੈਗਾ। ਤਾਂ ਸਟਾਰਚ ਦੇ ਰੂਪ ਵਿੱਚ ਇਹ ਜਮ੍ਹਾਂ ਹੁੰਦਾ ਪੌਦਿਆਂ ਵਿੱਚ। ਤਾਂ ਉਹ ਸਟਾਰਚ ਜਦੋਂ ਮੂੰਹ ਵਿੱਚ ਲੈ ਕੇ ਜਾਂਦੇ ਆ ਤਾਂ ਉਸ ਦਾ ਪਾਚਨ ਜਿਹੜਾ ਹੈਗਾ ਪਹਿਲਾਂ ਮੂੰਹ ਦੇ ਵਿੱਚ ਸ਼ੁਰੂ ਹੁੰਦਾ ਸੈਲਵਰੀ ਐਮਾਈਲੇਜ਼ ਐਂਜ਼ਾਈਮ ਦੇ ਰਾਹੀਂ। ਫਿਰ ਆੜਾ ਹੈਗਾ ਪ੍ਰੋਟੀਨ ਦਾ ਪਾਚਨ ਮਿਹਦੇ ਵਿੱਚ ਸ਼ੁਰੂ ਹੁੰਦਾ। ਬਿਲਕੁਲ ਇਹ ਵੀ ਸਹੀ ਪੁਆਇੰਟ ਹੈਗਾ ਕਿ ਪ੍ਰੋਟੀਨ ਦਾ ਜਿਹੜਾ ਸ਼ੁਰੂਆਤੀ ਪਾਚਨ ਹੈਗਾ ਉਹ ਮਿਹਦੇ ਵਿੱਚ ਹੀ ਸ਼ੁਰੂ ਹੁੰਦਾ। ਤਾਂ ਇਸ ਲਈ 16ਵੇਂ ਦਾ ਉੱਤਰ ਜਿਹੜਾ ਹੈਗਾ ਈੜੀ ਹੈਗਾ, ਭਾਵ ਊੜਾ ਅਤੇ ਆੜਾ ਦੋਵੇਂ।
ਤਾਂ 17ਵਾਂ ਪ੍ਰਸ਼ਨ ਹੈ ਕਿ ਕੀ ਤੁਸੀਂ ਦੱਸ ਸਕਦੇ ਹੋ ਕਿ ਸਾਡੇ ਸਰੀਰ ਵਿੱਚ ਭੋਜਨ ਦਾ ਆਕਸੀਕਰਨ ਕਿਸ ਵਿਧੀ ਰਾਹੀਂ ਹੁੰਦਾ ਹੈ? ਤਾਂ ਬੱਚਿਓ ਇਹਦਾ ਉੱਤਰ ਹੈਗਾ ਸੱਸਾ, ਜਿਹਨੂੰ ਆਪਾਂ ਕਹਿੰਦੇ ਹਾਂ ਭੋਜਨ ਦਾ ਆਕਸੀਕਰਨ। ਕਿਉਂਕਿ ਜਦੋਂ ਆਪਾਂ ਭੋਜਨ ਖਾਂਦੇ ਹਾਂ ਤਾਂ ਨਾਲ ਹੀ ਆਪਾਂ ਆਕਸੀਜਨ ਵੀ ਜਜ਼ਬ ਕਰਦੇ ਹਾਂ, ਤਾਂ ਭੋਜਨ ਅਤੇ ਆਕਸੀਕਰਨ ਦੀ ਆਪਸੀ ਕਿਰਿਆ ਹੁੰਦੀ ਹੈ, ਜਿਸ ਦੇ ਸਿੱਟੇ ਵਜੋਂ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ, ਜਿਹੜੀ ਆਪਣੇ ਸਰੀਰ ਤੋਂ ਤਿਆਗ ਦਿੱਤੀ ਜਾਂਦੀ ਹੈ। ਤਾਂ ਭੋਜਨ ਦਾ ਆਕਸੀਕਰਨ ਸਾਹ ਕਿਰਿਆ ਰਾਹੀਂ ਹੁੰਦਾ ਹੈ। 18ਵਾਂ ਪ੍ਰਸ਼ਨ ਹੈਗਾ ਕਿ ਪੌਦੇ ਕਾਰਬੋਹਾਈਡਰੇਟ ਨੂੰ ਕਿਸ ਰੂਪ ਵਿੱਚ ਜਮ੍ਹਾਂ ਕਰਦੇ ਹਨ? ਤਾਂ ਇੱਥੇ ਜਿਹੜਾ ਰੂਪ ਉਹਨਾਂ ਦਾ ਹੈਗਾ ਉਹ ਹੈਗਾ ਸਟਾਰਚ ਦੇ ਰੂਪ ਵਿੱਚ, ਜਿਹੜੀ ਉਹਦੇ ਪੱਤਿਆਂ ਦੇ ਵਿੱਚ ਜਮ੍ਹਾਂ ਹੁੰਦੀ ਹੈ। ਤਾਂ ਸਟਾਰਚ ਇੱਕ ਗੁੰਝਲਦਾਰ ਕਾਰਬੋਹਾਈਡਰੇਟ ਹੈ, ਜਿਹਨੂੰ ਸਰਲ ਰੂਪ ਵਿੱਚ ਬਦਲਣਾ ਪੈਂਦਾ। ਇਹਦੇ ਬਾਰੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਆਪਣੇ ਮੂੰਹ ਦੇ ਵਿੱਚ ਜਿਹੜਾ ਐਮਾਈਲੇਜ਼ ਹੈਗਾ ਉਹ ਸਟਾਰਚ ਦਾ ਪਰਿਵਰਤਨ ਕਰਦਾ ਹੈਗਾ ਸਰਲ ਰੂਪ ਵਿੱਚ, ਅਤੇ ਬਾਅਦ ਦੇ ਵਿੱਚ ਬਾਕੀ ਦੇ ਸਟਾਰਚ ਦਾ ਜਿਹੜਾ ਪਾਚਨ ਹੈਗਾ ਉਹ ਛੋਟੀ ਆਂਦਰ ਵਿੱਚ ਵੀ ਹੁੰਦਾ ਹੈ। ਤਾਂ 19ਵਾਂ ਪ੍ਰਸ਼ਨ ਹੈਗਾ ਕਿ ਸਾਡੇ ਸਰੀਰ ਵਿੱਚ ਗਲੂਕੋਜ਼ ਕਿਸ ਰੂਪ ਵਿੱਚ ਜਮ੍ਹਾਂ ਹੁੰਦਾ? ਇਹਦਾ ਉੱਤਰ ਹੈਗਾ ਗਲਾਈਕੋਜਨ। ਆਪਣੇ ਜਿਗਰ ਦੇ ਵਿੱਚ ਇਹ ਗਲੂਕੋਜ਼ ਇਸ ਰੂਪ ਵਿੱਚ ਜਮ੍ਹਾਂ ਹੁੰਦਾ। ਜਿਗਰ ਦੇ ਨਾਲ ਨਾਲ ਇਹ ਜਿਹੜਾ ਗਲਾਈਕੋਜਨ ਹੈ ਇਹ ਆਪਣੀਆਂ ਪੇਸ਼ੀਆਂ ਵਿੱਚ ਵੀ ਜਮ੍ਹਾਂ ਹੁੰਦਾ। ਤਾਂ ਜਿੱਥੇ ਕਿ ਉਸ ਦਾ ਅਗਾਂਹ ਆਪਾਂ ਅਨਾਕਸੀ ਸਾਹ ਕਿਰਿਆ ਪਹਿਲਾਂ ਤੁਹਾਨੂੰ ਸਮਝਾਈ ਸੀ, ਤਾਂ ਉੱਥੇ ਕਿਰਿਆ ਵੀ ਹੁੰਦੀ ਹੈ। 20ਵਾਂ ਪ੍ਰਸ਼ਨ ਹੈ ਕਿ ਰਮਨ ਨੇ ਆਪਣੇ ਪਿਤਾ ਜੀ ਪੌਦਿਆਂ ਦੇ ਪੱਤਿਆਂ ਦਾ ਰੰਗ ਹਰਾ ਹੋਣ ਦਾ ਕੀ ਕਾਰਨ ਦੱਸਿਆ ਹੋਵੇਗਾ? ਰਮਨ ਨੇ ਤਾਂ ਪੱਤਿਆਂ ਦਾ ਰੰਗ ਹਰਾ ਕਾਹਦੇ ਕਰਕੇ ਹੁੰਦਾ? ਉਹਦੇ ਵਿੱਚ ਇੱਕ ਵਰਨਕ ਹੁੰਦਾ ਜਿਹਨੂੰ ਕਲੋਰੋਫਿਲ ਕਹਿੰਦੇ ਆ। ਤਾਂ ਉਹ ਕਲੋਰੋਫਿਲ ਪੱਤਿਆਂ ਵਿੱਚ ਜਮ੍ਹਾਂ ਕਾਹਦੇ ਵਿੱਚ ਹੁੰਦੀ ਹੈ? ਕਲੋਰੋਪਲਾਸਟ ਦੇ ਵਿੱਚ। ਤਾਂ ਇਸ ਲਈ 20ਵੇਂ ਦਾ ਉੱਤਰ ਹੈਗਾ ਆੜਾ। 21ਵਾਂ ਪ੍ਰਸ਼ਨ ਹੈ ਕਿ ਪ੍ਰਕਾਸ਼ ਸੰਸਲੇਸ਼ਨ ਦੁਆਰਾ ਕਲੋਰੋਫਿਲ ਕਿਹੜੀ ਊਰਜਾ ਨੂੰ ਸੋਖਿਤ ਕਰਦਾ ਹੈ? ਤਾਂ ਇਹ ਪ੍ਰਕਾਸ਼ੀ ਊਰਜਾ ਹੈਗੀ ਆ, ਕਿਉਂਕਿ ਸੂਰਜ ਬਹੁਤ ਜ਼ਰੂਰੀ ਹੈਗਾ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਲਈ। ਤਾਂ ਇਹਦਾ ਉੱਤਰ ਜਿਹੜਾ ਹੈਗਾ ਪ੍ਰਕਾਸ਼ੀ ਊਰਜਾ। 21ਵੇਂ ਦਾ ਆੜਾ। ਤਾਂ 22ਵਾਂ ਪ੍ਰਸ਼ਨ ਹੈ ਕਿ ਹਰ ਦਮ ਪੱਤੇ ਵਿੱਚ ਸਟਾਰਚ ਟੈਸਟ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਕਿਹੜੇ ਘੋਲ ਦੀ ਲੋੜ ਪਵੇਗੀ? ਬਿਲਕੁਲ ਆਪਾਂ ਇਹ ਪ੍ਰਯੋਗ ਕੀਤਾ ਵੀ ਹੋਇਆ ਲੈਬ ਦੇ ਵਿੱਚ। ਤਾਂ ਇਹਦਾ ਉੱਤਰ ਹੋਵੇਗਾ ਊੜਾ। ਸਟਾਰਚ ਟੈਸਟ ਕਰਨ ਲਈ ਆਇਓਡੀਨ ਦੀ ਜ਼ਰੂਰਤ ਪੈਂਦੀ ਹੈਗੀ ਹੈ। 23ਵਾਂ ਪ੍ਰਸ਼ਨ ਹੈ ਕਿ ਪੌਦਿਆਂ ਵਿੱਚ ਵੱਡੀ ਮਾਤਰਾ ਵਿੱਚ ਗੈਸਾਂ ਦਾ ਆਦਾਨ ਪ੍ਰਦਾਨ ਕਿਸ ਰਾਹੀਂ ਹੁੰਦਾ ਹੈ? ਇਹ ਬਿਲਕੁਲ ਤੁਸੀਂ ਸਹੀ ਹੋ। ਇਸ ਦਾ ਉੱਤਰ ਹੈਗਾ ਸਟੋਮੈਟਾ, ਜਿਹਨੂੰ ਆਪਾਂ ਇੱਥੇ ਆੜਾ ਆਪਸ਼ਨ ਦੇ ਵਿੱਚ ਦੇਖ ਰਹੇ ਹਾਂ। ਇਹ ਸਟੋਮੈਟਾ ਪੱਤਿਆਂ ਦੀ ਹੇਠਲੀ ਸਤ੍ਹਾ 'ਤੇ ਪਏ ਹੁੰਦੇ ਆ। 24ਵਾਂ ਪ੍ਰਸ਼ਨ ਹੈ ਕਿ ਰਾਜਵੀਰ ਆਪਣੀ ਜਮਾਤ ਨੂੰ ਦੱਸਦਾ ਹੈ ਕਿ ਸਟੋਮੈਟਾ ਨੂੰ ਕੌਣ ਖੋਲ੍ਹਦਾ ਅਤੇ ਬੰਦ ਕਰਦਾ ਹੈ? ਬਿਲਕੁਲ ਉਹਨਾਂ ਨੂੰ ਖੋਲ੍ਹਣ ਅਤੇ ਬੰਦ ਕਰਨ ਦਾ ਕੰਮ ਗਾਰਡ ਸੈੱਲ ਕਰਦੇ ਆ। ਜਿਵੇਂ ਆਮ ਤੌਰ 'ਤੇ ਕਈ ਦਰਵਾਜ਼ਿਆਂ 'ਤੇ ਕਈ ਹੋਟਲਾਂ 'ਤੇ ਉਹਨਾਂ ਨੇ ਆਪਣੇ ਗੇਟ 'ਤੇ ਗਾਰਡ ਰੱਖੇ ਹੁੰਦੇ ਆ। ਗਾਰਡ ਦਾ ਕੰਮ ਹੁੰਦਾ ਹੈ ਕਿ ਉਹਨਾਂ ਨੇ ਦਰਵਾਜ਼ੇ ਨੂੰ ਖੋਲ੍ਹਣਾ ਜਾਂ ਬੰਦ ਕਰਨਾ। ਉਸੇ ਤਰ੍ਹਾਂ ਹੀ ਜਿਹੜੇ ਪੌਦਿਆਂ ਵਿੱਚ ਸਟੋਮੈਟਾ ਹੈਗੇ ਆ, ਉਹਨਾਂ ਦੇ ਦਰਵਾਜ਼ੇ ਖੋਲ੍ਹਣ ਦਾ ਜਾਂ ਬੰਦ ਕਰਨ ਦਾ ਕੰਮ ਕੌਣ ਕਰਦੇ ਆ? ਗਾਰਡ ਸੈੱਲ। ਕਿਉਂਕਿ ਉਸ ਸਟੋਮੈਟਾ ਦੇ ਰਾਹੀਂ ਆਕਸੀਜਨ, ਕਾਰਬਨ ਡਾਈਆਕਸਾਈਡ ਦਾ ਆਦਾਨ ਪ੍ਰਦਾਨ ਹੋਣਾ, ਅਤੇ ਨਾਲ ਹੀ ਜਿਹੜੇ ਫਾਲਤੂ ਦੇ ਜਲ ਵਾਸ਼ਪ ਹੈਗੇ ਆ ਉਹ ਸਟੋਮੈਟਾ 'ਚੋਂ ਬਾਹਰ ਨਿਕਲਣੇ ਹੈਗੇ। ਤਾਂ ਉਹ ਆਦਾਨ ਪ੍ਰਦਾਨ ਲਈ ਉਹਨਾਂ ਨੂੰ ਕੌਣ ਖੋਲ੍ਹਦਾ ਅਤੇ ਬੰਦ ਕਰਦਾ ਹੈਗਾ? ਗਾਰਡ ਸੈੱਲ ਕਰਦੇ ਆ। ਤਾਂ 24ਵੇਂ ਦਾ ਉੱਤਰ ਜਿਹੜਾ ਹੈਗਾ ਊੜਾ। 25ਵਾਂ ਪ੍ਰਸ਼ਨ ਇਹਦੇ ਵਿੱਚ ਹੈਗਾ ਕਿ ਪ੍ਰੋਟੀਨ ਲਈ ਜ਼ਰੂਰੀ ਤੱਤ ਕਿਹੜਾ ਹੈ? ਤਾਂ ਇਹਦੇ ਲਈ ਜ਼ਰੂਰੀ ਤੱਤ ਹੈਗਾ ਨਾਈਟ੍ਰੋਜਨ। ਕਿਉਂਕਿ ਪ੍ਰੋਟੀਨ ਇੱਕ ਤਰ੍ਹਾਂ ਦਾ ਗੁੰਝਲਦਾਰ ਭੋਜਨ ਪਦਾਰਥ ਹੈ। ਜਦੋਂ ਇਹਨੇ ਸਰਲ ਰੂਪ ਵਿੱਚ ਬਦਲਣਾ ਹੁੰਦਾ ਹੈ ਤਾਂ ਇਹ ਅਮਾਈਨੋ ਐਸਿਡ ਵਿੱਚ ਬਦਲਦਾ ਹੈ, ਅਤੇ ਉਸ ਅਮਾਈਨੋ ਐਸਿਡ ਦੀ ਬਣਤਰ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਨਾਈਟ੍ਰੋਜਨ ਜ਼ਰੂਰ ਦਿਸੇਗਾ। ਇਹ ਜਿਹੜੇ ਬਾਕੀ ਦੀਆਂ 3 ਆਪਸ਼ਨਾਂ ਦਿਖਾਈਆਂ ਇਹਦੇ 'ਚ ਆਇਓਡੀਨ, ਬਰੋਮੀਨ ਅਤੇ ਕਲੋਰੀਨ ਇਹ ਨਹੀਂ ਦਿਸਣਗੇ। ਇਸ ਲਈ ਪ੍ਰੋਟੀਨ ਸੰਸਲੇਸ਼ਨ ਲਈ ਜਿਹੜਾ ਜ਼ਰੂਰੀ ਤੱਤ ਹੈਗਾ ਉਹ ਨਾਈਟ੍ਰੋਜਨ। ਤਾਂ 26ਵਾਂ ਪ੍ਰਸ਼ਨ ਹੈਗਾ ਕਿ ਧਰਮਿੰਦਰ ਖੇਤਾਂ ਵਿੱਚ ਰੁੱਖ ਦੁਆਲੇ ਪੀਲੇ ਰੰਗ ਦੀ ਵੇਲ ਲਿਪਟੀ ਦੇਖਦਾ ਹੈ। ਉਹ ਆਪਣੇ ਦਾਦਾ ਜੀ ਨੂੰ ਪੁੱਛਦਾ ਹੈ ਕਿ ਇਸ ਨੂੰ ਕੀ ਕਹਿੰਦੇ ਹਨ? ਇਸ ਨੂੰ ਕਹਿੰਦੇ ਹਨ ਅਮਰ ਵੇਲ, ਜਿਹੜੀ ਕਿ ਇੱਕ ਤਰ੍ਹਾਂ ਦੀ ਪੌਦਾ ਪਰਜੀਵੀ ਹੈ। ਕਿਉਂਕਿ ਉਸ ਨੇ ਉਸ ਪੌਦੇ ਤੋਂ ਹੀ ਉਸ ਦੀ ਜਿਹੜਾ ਤਣਾ ਹੁੰਦਾ ਉਸ ਤੋਂ ਹੀ ਰਸ ਲੈਣਾ ਹੁੰਦਾ, ਅਤੇ ਉਸ ਨਾਲ ਹੀ ਇਹ ਜਿਉਂਦੀ ਰਹਿੰਦੀ ਹੈਗੀ ਹੈ। 27ਵਾਂ ਪ੍ਰਸ਼ਨ ਹੈ ਕਿ ਜਗਸੀਰ ਆਪਣੇ ਅਧਿਆਪਕ ਨੂੰ ਪੁੱਛਦਾ ਹੈ ਕਿ ਪੈਰਾਮੀਸ਼ੀਅਮ ਕਿਸ ਅੰਗ ਨਾਲ ਗਤੀ ਕਰਦਾ ਹੈ? ਤਾਂ ਅਧਿਆਪਕ ਦਾ ਉੱਤਰ ਜਿਹੜਾ ਇਸ ਵਿੱਚ ਕੀ ਹੋਏਗਾ ਉਹ ਹੈਗਾ ਸਿਲੀਆ।
क्योंकि पैरामीशियम की जो बनतर देखी होवे उहदे बाहर वालनुमा बनतरां किन्नियां बड़ियां हुंदियां, उन्हां किन्नियां बड़ियां बनतरां नूं सिलिया कहंदे आ। तो 28वां प्रश्न है कि प्रकाश संश्लेषण क्रिया नूं किहड़े कारक प्रभावित करते हैं। इस च ऊड़ा कार्बन डाइऑक्साइड है, आड़ा तापमान है, ईड़ी प्रकाश है, सस्सा सारे। तो इसका उत्तर सस्सा होगा, भाव तिन्ने दे तिन्ने उसका उत्तर हैगे आ, कार्बन डाइऑक्साइड भी, तापमान भी ते प्रकाश भी। 29वां प्रश्न है कि सोनी के सिर में जूआं पै गई हैं, तो इन्हां दे पोषण का ढंग किहड़ा है। तो जूआं इस विच परजीवी पोषण है। परजीवी पोषण किहड़ा हुंदा है कि जिथे जीव रहिंदा है उत्थों ही वो अपना जिहड़ा भोजन है वो प्राप्त करना शुरू कर दिंदा है। तो जूआं जिहड़ियां हैगियां ये बाहरी परजीवी है जिहड़ी अपने वालां दे उपर वालां दे विच रहिंदियां अपने शरीर दे बाहर। एक अंदरूनी परजीवी हुंदे आ जिवें पेट दे किरम है, वो शरीर के अंदरों ही अपने अंदरां विचों ही वो अपना भोजन जिहड़ा हैगा वो प्राप्त कर लेंदे। तो अगला प्रश्न है कि हेठ लिखिया विचों एक सैली जीव चुनना है। अमीबा, पैरामीशियम, मनुख ते सस्सा हैगा, ऊड़ा ते आड़ा दोवें। तो ये जिहड़ा सही उत्तर है वो सस्सा हैगा, भाव ऊड़ा ते आड़ा दोवें, मतलब अमीबा ते पैरामीशियम दोनों ही एक सैली जीव हैं। तो 31वां प्रश्न आपां नूं कि हेठ लिखिया विचों किहड़ा कथन लहू संबंधी सही नहीं है। पहला हैगा कि लहू शरीर विच भोजन, आक्सीजन अते वाधू पदार्थां दा परिवहन करदा है। दूसरा हैगा कि लहू शरीर विच लूना का परिवहन करदा है। तीसरा हैगा कि लहू के तरल भाग नूं प्लाज्मा कहंदे हन। चौथा हैगा कि लहू विचले लाल रक्ताणु रोग फैलाउण वाले सूखम जीवां तो साडी सुरक्षा करते हैं। तो ये जोड़ा सस्सा हैगा वो गलत है, क्योंकि ये रोग फैलाउण वाले सूखम जीव जिहड़े हैगे आ उन्हां तो साडी सुरक्षा लाल रक्ताणु नहीं करते, सगों दी उन्हां दी बजाय चिट्टे रक्ताणु करते हैं, जिन्हां नूं आपां WBC भी कहने आ। तो इसलिए 31वें का उत्तर सस्सा है। तो 32वां प्रश्न अपने को हैगा कि मर्दां अते इस्त्रियां विच आम तौर पर हीमोग्लोबिन का पद्धर क्रमवार कितना हुंदा। तो ये ऊड़ा ऑप्शन सही है। मर्दां विच खून जिहड़ा हैगा 14 तो 17 ग्राम पर डिल्यूशन हुंदा, जबकि इस्त्रियां विच 12 तो 14 ग्राम पर डिल्यूशन हुंदा है। उस तो बाद है कि मनुखी दिल विच लहू प्रवाहन की दिशा की सही तरतीब दसनी है। तो सही तरतीब इस विच वैसे जिहड़ी ऑप्शन दिखाई हुई है ये ऊड़ा सही है। जे तुहानूं मैं चित्रवार दिखावां तो देखो ध्यान नाल, मेरे को चित्र किताब विच अपने हैगा, तो तुसीं देख सकते हैं कि फेफड़ियां विचों जिहड़ा लहू हैगा, फेफड़ियां तो लहू खब्बे आरीकल जांदा है, खब्बे आरीकल तो खब्बे वैंट्रीकल विच जांदा है, खब्बे वैंट्रीकल तो ये लहू जांदा हैगा महाधमनी राही शरीर के ਵੱਖ-ਵੱਖ अंगां नूं। शरीर तो लहू वरत्या होया भाव हुण वो जिहड़ा लहू है, जिहड़ा आ लहू सीगा ये की सीगा आक्सीकृत लहू सी, भाव इहदे च आक्सीजन सी। तो महाधमनी राही आक्सीकृत लहू शरीर के ਵੱਖ-ਵੱਖ भागां नूं पहुँच जाता है। तो शरीर के ਵੱਖ-ਵੱਖ भागां राही वो लहू विचों आक्सीजन वरत ली जाती है, तो वो लहू अणआक्सीकृत बन जाता है, वो सज्जे आरीकल विच दाखिल हुंदा है। सज्जे आरीकल तो सज्जे वैंट्रीकल च जांदा है, सज्जे वैंट्रीकल तो वो लहू आक्सीकृत होने लई भाव आक्सीजन लैण लई वो फेफड़ियां विच जांदा है, तो फेफड़ियां विचों फिर वापस इत्थे आउंदा है। इसलिए अपने कोले जिहड़ी इसदी दो दिशा भी गति हैगी है। तो जिहड़ा इस विच सही उत्तर आवेगा वो 33वें का वो ऊड़ा हैगा, भाव खब्बे आरीकल तो खब्बा वैंट्रीकल, खब्बे वैंट्रीकल तो शरीर, शरीर तो सज्जा आरीकल, सज्जे आरीकल तो सज्जा वैंट्रीकल, तो सज्जे वैंट्रीकल तो अखीर फेफड़े तक, फेफड़े तो फिर वो खब्बे आरीकल तक। तो सही क्रम जिहड़ा उसका तरतीब है वो ऊड़ा हैगी है, इसलिए 33वें का उत्तर ऊड़ा है। 34वां प्रश्न आपां नूं पुछया कि मच्छी के दिल विच किन्ने खाने हुंदे हन। तो मच्छी के दिल दे 2 खाने हुंदे आ, जबकि डड्डू के 3 खाने हुंदे आ, मनुख के 4 हुंदे आ। तो इस तरह करके पर अपने 34वां जिहड़ा प्रश्न आपां नूं पुछया गया उहदे अनुसार इसका जिहड़ा 34वें का उत्तर आड़ा है, भाव 2। हुण जिहड़ा अपने कोले लहू दाब मापण वाला यंत्र उहदा नाम की है, मतलब अपना जिहड़ा ब्लड प्रैशर मापदा हैगा उस यंत्र नूं आपां की कहने। तो 35वां प्रश्न पुछया आपां नूं कि लहू दबाव मापण वाला यंत्र जिहड़ा वो हैगा स्टैथोस्कोप, इसलिए 35वें का उत्तर आड़ा हैगा।
36ਵਾਂ ਪ੍ਰਸ਼ਨ ਹੈਗਾ ਆਪਣੇ ਕੋਲੇ ਕਿ ਲਹੂ ਵਹਿਣੀਆਂ ਜੋ ਦਿਲ ਤੋਂ ਸਰੀਰ ਦੇ ਭਿੰਨ ਭਿੰਨ ਅੱਗਾਂ ਤੱਕ ਲਹੂ ਲੈ ਕੇ ਜਾਂਦੀਆਂ ਉਹਨਾਂ ਨੂੰ ਕੀ ਕਹਿੰਦੇ, ਭਾਵ ਦਿਲ ਤੋਂ ਸਰੀਰ ਦੇ ਭਿੰਨ ਭਿੰਨ ਅੰਗਾਂ ਤੱਕ। ਹੁਣ ਤੁਹਾਨੂੰ ਮੈਂ ਚਿੱਤਰ 'ਚ ਵੀ ਜੇ ਦਿਖਾਵਾਂ ਤਾਂ ਦੇਖੋ, ਇੱਥੋਂ ਆ ਜਿਹੜੀ ਮਹਾਧਮਨੀ ਹੈ, ਇਸ ਰਾਹੀਂ ਸਰੀਰ ਦੇ ਵੱਖ-ਵੱਖ ਅੰਗਾਂ ਨੂੰ, ਸਰੀਰ ਦੇ ਵੱਖ-ਵੱਖ ਭਾਗਾਂ ਨੂੰ ਖੂਨ ਜਾ ਰਿਹਾ ਹੈਗਾ, ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਹੈਗੇ ਆ, ਤਾਂ ਇੱਥੇ ਵੀ ਲਿਖਿਆ ਹੋਇਆ ਮਹਾਧਮਨੀ, ਤਾਂ ਉਹ ਧਮਨੀਆਂ ਹੈਗੀਆਂ ਜਿਹੜੀਆਂ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਆਕਸੀਕ੍ਰਿਤ ਲਹੂ ਜਿਹੜਾ ਉਹ ਲੈ ਕੇ ਜਾਂਦੀਆਂ। ਇਸ ਲਈ ਇਸ ਦਾ ਉੱਤਰ 36ਵੇਂ ਦਾ ਜਿਹੜਾ ਹੈਗਾ ਉਹ ਹੈਗਾ ਈੜੀ, ਭਾਵ ਧਮਨੀਆਂ। 37ਵਾਂ ਪ੍ਰਸ਼ਨ ਹੈਗਾ ਕਿ ਹੇਠ ਲਿਖਿਆਂ ਵਿੱਚੋਂ ਲਹੂ ਦਾ ਕਿਹੜਾ ਅੰਸ਼ ਲਹੂ ਦੇ ਜੰਮਣ ਵਿੱਚ ਸਹਾਈ ਹੁੰਦਾ ਹੈ, ਤਾਂ ਉਹ ਅੰਸ਼ ਹੁੰਦਾ ਪਲੇਟਲੈਟਸ। ਆਮ ਤੌਰ 'ਤੇ ਹੀ ਤੁਸੀਂ ਡੇਂਗੂ ਬਿਮਾਰੀ ਬਾਰੇ ਸੁਣਿਆ ਹੋਣਾ ਹੈ ਕਿ ਇਸ ਦੇ ਵਿੱਚ ਆਪਣੇ ਸਰੀਰ ਦੇ ਪਲੇਟਲੈਟਸ ਘੱਟ ਜਾਂਦੇ ਹੈ, ਅਤੇ ਜਦੋਂ ਕਿਤੇ ਮਾੜੀ ਜਿਹੀ ਸੱਟ ਵੱਜਦੀ ਹੈ ਤਾਂ ਸਰੀਰ 'ਚੋਂ ਖੂਨ ਬੜੀ ਤੇਜ਼ੀ ਨਾਲ ਨਿਕਲਦਾ ਹੈਗਾ, ਭਾਵ ਉਸ ਦੀ ਜਿਹੜੀ ਖੂਨ ਦੀ ਜੰਮਣ ਦਰ ਹੈ ਉਹ ਘੱਟ ਜਾਂਦੀ ਹੈ ਪਲੇਟਲੈਟਸ ਦੀ ਕਮੀ ਦੇ ਨਾਲ। ਤਾਂ ਖੂਨ ਨੂੰ ਜਿਹੜਾ ਹੈਗਾ ਬਾਹਰੋਂ ਜਮਾਉਣ ਦਾ ਕੰਮ, ਭਾਵ ਸਰੀਰ ਦੇ ਉਸ ਹਿੱਸੇ 'ਤੇ ਜਿੱਥੇ ਸੱਟ ਵੱਜੀ ਆ ਉੱਥੇ ਜ਼ਖਮ ਬਣਾਉਣ ਦੇ ਲਈ ਜਿਹੜਾ ਅੰਸ਼ ਜਿਹੜਾ ਜ਼ਿੰਮੇਦਾਰ ਹੁੰਦਾ, ਸਹਾਈ ਹੁੰਦਾ, ਉਹਨੂੰ ਆਪਾਂ ਪਲੇਟਲੈਟਸ ਕਹਿੰਦੇ ਹੈਗੇ। ਤਾਂ ਇਹ 37ਵਾਂ ਪ੍ਰਸ਼ਨ ਹੈ। ਉਸ ਤੋਂ ਬਾਅਦ 'ਚ ਆਪਣਾ 38ਵਾਂ ਪ੍ਰਸ਼ਨ ਆ ਜਾਂਦਾ ਹੈ ਕਿ ਕਿਹੜਾ ਕਥਨ ਲਸੀਕਾ ਲਈ ਸਹੀ ਨਹੀਂ ਹੈ। ਪਹਿਲਾਂ ਦੱਸਿਆ ਕਿ ਕੇਸ਼ਿਕਾਵਾਂ ਦੀ ਦੀਵਾਰਾਂ ਵਿੱਚ ਉਪਸਥਿਤ ਬਰੀਕ ਛੇਕਾਂ ਵਿੱਚੋਂ ਕੁਝ ਪਲਾਜ਼ਮਾ, ਪ੍ਰੋਟੀਨ ਅਤੇ ਲਹੂ ਸੈੱਲ ਬਾਹਰ ਆ ਕੇ ਟਿਸ਼ੂਆਂ ਵਿਚਕਾਰ ਖਾਲੀ ਥਾਂ ਵਿੱਚ ਲਸੀਕਾ ਬਣਾਉਂਦੇ ਹਨ। ਦੂਸਰਾ ਕਿਹਾ ਆਪਾਂ ਨੂੰ ਕਿ ਲਸੀਕਾ ਵਿੱਚ ਘੱਟ ਮਾਤਰਾ ਵਿੱਚ ਪ੍ਰੋਟੀਨ ਹੁੰਦੇ ਹਨ। ਤੀਸਰਾ ਕਿਹਾ ਕਿ ਲਸੀਕਾ ਰੰਗਹੀਨ ਤਰਲ ਹੈ। ਚੌਥਾ ਕਿਹਾ ਕਿ ਲਸੀਕਾ ਲਹੂ ਵਹਿਣੀਆਂ ਵਿੱਚ ਵਗਦੀ ਹੈ। ਤਾਂ ਇਹਦਾ ਜਿਹੜਾ ਉੱਤਰ ਹੈਗਾ ਉਹ ਸੱਸਾ ਹੈ, ਭਾਵ ਲਸੀਕਾ ਜਿਹੜਾ ਉਹ ਲਹੂ ਵਹਿਣੀਆਂ ਵਿੱਚ ਵਗਦੀ ਹੈ, ਇਹ ਗਲਤ ਹੈ। ਬਾਕੀ ਤਿੰਨੇ ਜਿਹੜੇ ਉੱਤਰ ਹੈਗੇ ਉਹ ਸਹੀ ਹੈ। 39ਵਾਂ ਪ੍ਰਸ਼ਨ ਆਪਾਂ ਨੂੰ ਦੱਸਿਆ ਕਿ ਹੇਠਾਂ ਦਿੱਤਿਆਂ ਵਿੱਚੋਂ ਜ਼ਾਈਲਮ ਦਾ ਕੀ ਕੰਮ ਹੈਗਾ। ਤਾਂ ਪਹਿਲਾ ਹੈਗਾ ਕਿ ਜ਼ਾਈਲਮ ਦਾ ਮੁੱਖ ਕੰਮ ਵਾਸ਼ਪ ਉਤਸਰਜਨ ਹੈ। ਦੂਸਰਾ ਕਿਹਾ ਕਿ ਜ਼ਾਈਲਮ ਪੱਤਿਆਂ ਰਾਹੀਂ ਤਿਆਰ ਉਤਪਾਦਾਂ ਨੂੰ ਪੌਦੇ ਦੇ ਦੂਜੇ ਭਾਗਾਂ ਤੱਕ ਪਹੁੰਚਾਉਂਦਾ ਹੈ, ਜਦ ਕਿ ਇਹ ਵਾਲਾ ਜਿਹੜਾ ਕੰਮ ਹੈਗਾ ਇਹ ਫਲੋਇਮ ਕਰਦੇ ਆ। ਤੀਸਰਾ ਕਿਹਾ ਕਿ ਜ਼ਾਈਲਮ ਮਿੱਟੀ ਤੋਂ ਪਾਣੀ ਅਤੇ ਪਾਣੀ ਵਿੱਚ ਘੁਲੇ ਖਣਿਜਾਂ ਦਾ ਪਰਿਵਹਨ ਕਰਦਾ ਹੈ। ਅਤੇ ਸੱਸਾ ਕਿਹਾ ਕਿ ਜ਼ਾਈਲਮ ਗੈਸਾਂ ਦੇ ਵਟਾਂਦਰੇ ਵਿੱਚ ਸਹਾਈ ਹੈ। ਇਸ ਦਾ ਜਿਹੜਾ ਸਹੀ ਉੱਤਰ ਹੈ ਈੜੀ ਹੈ, ਭਾਵ ਜ਼ਾਈਲਮ ਮਿੱਟੀ ਤੋਂ ਪਾਣੀ ਅਤੇ ਪਾਣੀ ਵਿੱਚ ਘੁਲੇ ਖਣਿਜਾਂ ਦਾ ਪਰਿਵਹਨ ਕਰਦਾ ਹੈ, ਕਿਉਂਕਿ ਜ਼ਮੀਨ ਦੇ ਵਿੱਚ ਬਹੁਤ ਸਾਰੇ ਖਣਿਜ ਘੁਲੇ ਹੁੰਦੇ ਆ ਅਤੇ ਉਹ ਪਾਣੀ ਵਿੱਚ ਘੁਲ ਕੇ ਪਾਣੀ ਉੱਪਰ ਜਾਂਦਾ ਪੱਤਿਆਂ ਤੱਕ ਜ਼ਾਈਲਮ ਦੇ ਰਸਤੇ, ਅਤੇ ਜਿੱਥੇ ਜਾ ਕੇ ਭੋਜਨ ਤਿਆਰ ਹੁੰਦਾ ਹੈਗਾ। ਉਸ ਤੋਂ ਬਾਅਦ ਦੇ ਵਿੱਚ ਆਪਣਾ 40ਵਾਂ ਪ੍ਰਸ਼ਨ ਹੈ ਕਿ ਪੌਦਿਆਂ ਦਾ ਕਿਹੜਾ ਭਾਗ ਵਾਸ਼ਪ ਉਤਸਰਜਨ ਲਈ ਸਹਾਈ ਹੈ। ਤਾਂ ਇਸ ਦਾ ਉੱਤਰ ਜਿਹੜਾ ਆਪਣਾ ਹੈਗਾ